ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਮੈਂ ਰਾਹੁਲ ਕਾਲਾ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ। ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਅੱਜ ਚੰਡੀਗੜ੍ਹ ਪਹੁੰਚੇ ਸੀ ਅਨੁਰਾਗ ਠਾਕਰ। ਉਹਨਾਂ ਨੇ ਕਿਹਾ ਕਿ ਦੋਵਾਂ ਮੁੱਖ ਮੰਤਰੀਆਂ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ। ਅਨੁਰਾਗ ਠਾਕਰ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕੇਂਦਰੀ ਮੰਤਰੀ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਖਬਰਾਂ 'ਚ ਬਣੇ ਰਹਿਣ ਦੇ ਲਈ ਦੋਸ਼ ਲਗਾਉਂਦੇ ਨੇ। ਪੰਜਾਬ ਦੇ ਵਿੱਚ ਸੰਵਿਧਾਨਕ ਸੰਸਥਾਵਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਦਿੱਲੀ ਦੇ ਵਿੱਚ ਐਲਜੀ ਅਤੇ ਪੰਜਾਬ ਦੇ ਵਿੱਚ ਰਾਜਪਾਲ ਤੇ ਸਵਾਲ ਉਠਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਦੀ ਬਜਾਏ ਜਨਤਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਇਸ ਲਈ ਵਿਧਾਨ ਸਭਾ ਦੀ ਦੁਰਵਰਤੋਂ ਕਰਕੇ ਗਲਤ ਟਿੱਪਣੀਆਂ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਹ ਲੋਕ ਜਿਹੜੇ ਹੈ ਸਭ ਜਾਣਦੇ ਨੇ। ਇਸ ਤੋਂ ਇਲਾਵਾ ਅਨੁਰਾਗ ਠਾਕਰ ਨੇ ਇਹ ਵੀ ਕਿਹਾ ਕਿ ਪੰਜਾਬ ਖੇਡਾਂ ਦੇ ਵਿੱਚ ਕਾਫੀ ਹਾਸ਼ੀਏ ਤੇ ਡਿੱਗ ਚੁੱਕਿਆ ਹੈ। ਪੰਜਾਬ ਕੈਬਨਿਟ ਵੱਲੋਂ ਅੱਜ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ ਆ ਔਰ ਇਸ ਮੀਟਿੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਸਲਾ ਹੈ ਉਹ ਹੈ ਕਿ ਜੋ ਸੀਐਮ ਦੇ ਤੇ ਨਾਲ ਦੀ ਨਾਲ ਕੈਬਨਿਟ ਮੰਤਰੀਆਂ, ਡਿਪਟੀ ਸਪੀਕਰ ਤੇ ਸਪੀਕਰ ਦੇ ਜੋ ਅਖਤਿਆਰੀ ਫੰਡ ਹੁੰਦੇ ਨੇ, ਅਖਤਿਆਰੀ ਕੋਟਾ ਹੁੰਦਾ ਹੈ ਜਿਸ ਦੇ ਵਿੱਚ ਉਹ ਜਨਤਾ ਨੂੰ ਪੈਸੇ ਵੰਡਦੇ ਨੇ, ਉਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ ਸੀਐਮ ਦੇ ਕੋਟੇ ਦੇ ਵਿੱਚ 50 ਕਰੋੜ ਰੁਪਏ ਸੀ, ਇਸ ਨੂੰ ਘਟਾ ਕੇ ਹੁਣ 37 ਕਰੋੜ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜੋ ਮੰਤਰੀ ਸੀ, ਮੰਤਰੀਆਂ ਦੇ ਕੋਟੇ ਦੇ ਵਿੱਚ 1.5 ਕਰੋੜ ਆਂਦਾ ਸੀ, ਇਸ ਨੂੰ 1 ਕਰੋੜ ਕਰ ਦਿੱਤਾ ਗਿਆ। ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਹ ਕੋਟਾ ਜਿਹੜਾ ਸੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਇਹ ਕੋਟਾ ਤਕਰੀਬਨ 200 ਕਰੋੜ ਸੀਐਮ ਦਾ ਸੀ ਤੇ 3 ਕਰੋੜ ਜਿਹੜਾ ਹੈ ਉਹ ਕੈਬਨਿਟ ਮੰਤਰੀਆਂ ਦਾ ਸੀ। ਇਸ ਕੋਟੇ ਦੇ ਤਹਿਤ ਕੀ ਹੁੰਦਾ ਹੈ ਕਿ ਜਦੋਂ ਕੋਈ ਸਮਾਗਮ ਕਰਵਾਇਆ ਜਾਂਦਾ ਪਿੰਡਾਂ ਦੇ ਵਿੱਚ ਕੋਈ ਵੀ ਕਿਸੇ ਪੰਚਾਇਤ ਵੱਲੋਂ ਜਾਂ ਕਿਸੇ ਕਮੇਟੀ ਵੱਲੋਂ, ਤਾਂ ਉਹ ਜਦੋਂ ਕਿਸੇ ਮੰਤਰੀ ਨੂੰ ਬੁਲਾਉਂਦੇ ਆ ਜਾਂ ਫਿਰ ਮੁੱਖ ਮੰਤਰੀ ਨੂੰ ਬੁਲਾਉਂਦੇ ਆ ਤਾਂ ਜਦੋਂ ਉਹਨਾਂ ਨੂੰ ਕੋਈ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ ਤਾਂ ਉਹ ਮੰਤਰੀ ਜਾਂ ਮੁੱਖ ਮੰਤਰੀ ਆਪਣੇ ਕੋਟੇ ਦੇ ਵਿੱਚੋਂ ਪੈਸੇ ਅਦਾ ਕਰਦੇ ਨੇ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਇਹ ਕੋਟਾ ਜਿਹੜਾ 200 ਕਰੋੜ ਤੱਕ ਦਾ ਸੀ, ਯਾਨੀ ਕਿ ਚਰਨਜੀਤ ਸਿੰਘ ਚੰਨੀ 200 ਕਰੋੜ ਤੱਕ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪ ਪੈਸੇ ਦੇ ਸਕਦੇ ਸੀ। ਇਸੇ ਤਰ੍ਹਾਂ ਮੰਤਰੀ ਜਿਹੜੇ ਸੀ ਉਹ 3 ਕਰੋੜ ਤੱਕ ਦੇ ਸਕਦੇ ਸੀ। ਤਾਂ ਹੁਣ ਇਸ ਕੋਟੇ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਅਖਤਿਆਰੀ ਕੋਟੇ ਦੇ ਫੰਡਾਂ ਦੇ ਵਿੱਚ ਕਮੀ ਕਰ ਦਿੱਤੀ ਗਈ ਹੈ। 50 ਕਰੋੜ ਤੋਂ ਹੁਣ 37 ਕਰੋੜ ਸੀਐਮ ਦੇ ਲਈ ਰਹਿ ਚੁੱਕਿਆ, ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਮੌਜੂਦਾ ਸਮੇਂ ਨੇ ਉਹ ਆਪਣੇ ਫੰਡਾਂ ਦੇ ਵਿੱਚੋਂ ਜਿਹੜੇ ਆਪਣੇ ਫੰਡ ਨੇ ਸਰਕਾਰੀ ਸੀਐਮ ਦੇ, ਉਹਨਾਂ ਦੇ ਵਿੱਚੋਂ ਸਿਰਫ 37 ਕਰੋੜ ਹੀ ਜਨਤਾ ਨੂੰ ਅਦਾ ਕਰ ਸਕਦੇ ਨੇ। ਕੈਬਨਿਟ ਮੰਤਰੀ ਸਿਰਫ 1 ਕਰੋੜ ਤੱਕ। ਕੋਈ ਪੰਜਾਬ ਦੇ ਵਿੱਚ ਸਮਾਗਮ ਕਰਵਾਉਂਦਾ, ਸੀਐਮ ਉੱਥੇ ਪਹੁੰਚਦੇ ਆ ਤਾਂ 1 ਸਾਲ ਦਾ ਜਿਹੜਾ ਇਹ ਕੋਟਾ ਹੁੰਦਾ, 1 ਸਾਲ ਦੇ ਵਿੱਚ 37 ਕਰੋੜ ਰੁਪਇਆ ਜਿਹੜਾ ਹੈ ਉਹ ਸੀਐਮ ਵੰਡ ਸਕਦੇ ਨੇ। ਹੋਰ ਜਾਣਕਾਰੀ ਦੇ ਰਹੇ ਨੇ ਕੈਬਨਿਟ ਦੇ ਵਿੱਚ ਕੀ ਫੈਸਲੇ ਲਏ ਹੈ, ਇੱਕ ਵਾਰ ਅਸੀਂ ਉਹ ਵੀ ਸੁਣਦੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅਖਤਿਆਰੀ ਕੋਟਾ ਸੀ ਉਹਦੇ ਵਿੱਚ ਉਹ ਘਟਾ ਕੇ 50 ਕਰੋੜ ਤੋਂ 37 ਕਰੋੜ ਕੀਤਾ ਗਿਆ। ਇਸੇ ਤਰ੍ਹਾਂ ਜਿਹੜੇ ਮੰਤਰੀ ਸਾਹਿਬਾਨ ਨੇ, ਮੰਤਰੀ ਮੰਡਲ ਦੇ ਸਾਡੇ ਕੈਬਨਿਟ ਮੰਤਰੀ ਨੇ, ਕਿ ਉਹਨਾਂ ਦਾ ਪਹਿਲਾਂ 1.5 ਕਰੋੜ ਸੀਗਾ ਉਹਨੂੰ ਘਟਾ ਕੇ 1 ਕਰੋੜ ਕੀਤਾ ਗਿਆ ਗਾ। ਕਿਉਂਕਿ ਬਹੁਤ ਸਾਰੀਆਂ ਜੇ ਮੈਂ ਗੱਲ ਕਰਾਂ ਸਕੂਲਾਂ ਦੀ ਕਾਇਆਕਲਪ ਦੀ ਗੱਲ ਕਰਾਂ, ਉਹਦੇ ਲਈ ਇੱਕ ਵੱਖਰਾ ਬਜਟ ਜਿਹੜਾ ਅਸੀਂ ਰੱਖਿਆ ਸੀਗਾ ਕਿ ਦੀਵਾਰਾਂ ਬਣਾਉਣ ਦੇ ਲਈ, ਸਕੂਲ ਦੇ ਕਮਰੇ ਬਣਾਉਣ ਦੇ ਲਈ, ਸਕੂਲ ਦੇ ਅੰਦਰ ਲਾਇਬ੍ਰੇਰੀਆਂ ਬਣਾਉਣ ਦੇ ਲਈ, ਸਕੂਲ ਦੇ ਅੰਦਰ ਸਾਇੰਸ ਦੇ ਕਮਰੇ ਬਣਾਉਣ ਲਈ, ਉਹ ਆਲਰੇਡੀ ਕਿਉਂਕਿ ਇਹ ਡਿਸਕ੍ਰਿਪਸ਼ਨ ਫੰਡ ਉੱਥੇ ਹੀ ਜਾਂਦਾ ਸੀਗਾ, ਉਹ ਅਸੀਂ ਆਲਰੇਡੀ ਉਹਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਸਵੱਛ ਭਾਰਤ ਦੇ ਅਧੀਨ ਅਸੀਂ ਜਿਹੜਾ ਵੀ ਪਾਣੀ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਗੰਦੇ ਪਾਣੀ ਦਾ ਪ੍ਰਬੰਧ, ਇਸੇ ਤਰ੍ਹਾਂ ਪਿੰਡਾਂ 'ਚ ਇਹ ਸਾਰੇ ਆਲਰੇਡੀ ਜਿਹੜੇ ਹੈਗੇ ਨੇ ਉਹ ਬੰਦ ਹੋ ਚੁੱਕੇ ਨੇ। ਸੋ ਇਸੇ ਗੱਲ ਕਰਕੇ ਜਿਹੜੀ ਮੈਂ ਸਮਝਦਾਗਾ ਉਹਦੀ ਗ੍ਰਾਂਟ ਦੀ ਲੋੜ ਘੱਟ ਗਈ, ਇਸ ਕਰਕੇ 1 ਕਰੋੜ ਕੀਤੀ। ਡਿਪਾਰਟਮੈਂਟਾਂ ਨੂੰ ਜਿਹੜੇ ਬਜਟ ਹੁੰਦਾ ਉਹ ਆਪਣਾ ਨਿਰਧਾਰਿਤ ਕੀਤਾ ਜਾਂਦਾ ਹੈਗਾ, ਤੁਸੀਂ ਹਰ ਸਾਲ ਕਰਦੇ ਵੀ ਹੈਗੇ ਹੋ, ਲੇਕਿਨ ਖਾਸ ਤੌਰ ਤੇ ਜਿਹੜਾ ਫੰਡ ਸੀ ਪਹਿਲਾਂ ਜਿਹੜਾ ਹੁੰਦਾ ਸੀਗਾ, ਪਹਿਲਾਂ ਪੁਰਾਣੀਆਂ ਸਰਕਾਰ ਦੀ ਮੈਂ ਜੇ 2021 ਦੀ ਗੱਲ ਕਰਾਂ, ਜਿਹੜੀ ਰਿਪੋਰਟ ਪੇਸ਼ ਕੀਤੀ ਆ, ਇਹਦੇ ਅੰਦਰ ਇੰਨਾ ਹਿਊਜ ਡਿਫਰੈਂਸ ਹੈਗਾ ਕਿ ਬਜਟ ਰੱਖਿਆ ਗਿਆ ਸੀ ਲਗਭਗ 1200 ਕਰੋੜ ਦਾ, ਖਰਚਾ ਹੋਇਆ 200 ਕਰੋੜ। ਪਿਛਲੀ ਸਰਕਾਰ ਦੀ ਮੈਂ ਗੱਲ ਕਰਦਾ, ਉਹ ਖਰਚਾ ਨਹੀਂ ਕਰਦੀ ਸੀ। ਅਸੀਂ ਹੁਣ ਜਿਹੜਾ ਜੇ ਮੈਂ ਮੰਨ ਲਵਾਂ ਕਿ ਅਸੀਂ ਇਰੀਗੇਸ਼ਨ ਦਾ 2000 ਰੱਖਿਆ ਗਿਆ ਤਾਂ ਅਸੀਂ 100% ਮੀਟ ਕਰ ਰਹੇ ਹਾਂ, ਤਾਂ ਉਹ 86% 87% ਖਰਚ ਹੋ ਚੁੱਕੇ ਨੇ। ਸੋ ਡਿਸਕ੍ਰਿਸ਼ਨਰੀ ਫੰਡ ਜਿਹੜੀ ਹੈ ਇਸੇ ਗੱਲ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਲਈ ਇੱਕ ਨਵੇਂ ਹੁਕਮ ਜਾਰੀ ਕਰ ਦਿੱਤਾ ਹੈ। ਹੁਣ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਜਿਹੜੀ ਹੈ ਉਹ ਬਾਇਓਮੈਟ੍ਰਿਕਸ ਦੇ ਰਾਹੀਂ ਲਗਾਈ ਜਾਵੇਗੀ। ਭਾਵੇਂ ਕਰਮਚਾਰੀ ਐਤਵਾਰ ਜਾਂ ਫਿਰ ਛੁੱਟੀ ਵਾਲੇ ਦਿਨ ਸਕੂਲ ਪਹੁੰਚਦਾ ਹੈ, ਉਹਨਾਂ ਨੂੰ ਬਾਇਓਮੈਟ੍ਰਿਕਸ ਤੇ ਹਾਜ਼ਰੀ ਲਗਾਉਣੀ ਪਏਗੀ। ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਸਰਕਾਰੀ ਡਿਊਟੀ ਤੇ ਬਾਹਰ ਗਏ ਕਰਮਚਾਰੀ ਲਈ ਸਮੇਂ ਸਿਰ ਵਾਪਸ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਹ ਜਿਸ ਵਿਭਾਗ ਦੇ ਵਿੱਚ ਗਿਆ ਹੋਇਆ ਉੱਥੇ ਬਾਇਓਮੈਟ੍ਰਿਕਸ ਤੇ ਆਪਣੀ ਹਾਜ਼ਰੀ ਦਰਜ ਕਰਵਾ ਸਕਦਾ ਹੈ। ਪਰ ਜੇਕਰ ਉਸ ਥਾਂ ਦੇ ਉੱਪਰ ਬਾਇਓਮੈਟ੍ਰਿਕ ਮਸ਼ੀਨ ਨਹੀਂ ਲਗਾਈ ਗਈ ਤਾਂ ਸੰਬੰਧਿਤ ਵਿਭਾਗ ਦੇ ਮੁਖੀ ਦੇ ਨਾਲ
ਸੰਪਰਕ ਕਰਕੇ ਆਪਣੀ ਹਾਜ਼ਰੀ ਲਗਵਾ ਸਕਦਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਬਾਇਓਮੈਟ੍ਰਿਕ ਸਿਸਟਮ ਨੂੰ ਪ੍ਰਭਾਵਸ਼ਾਲੀ ਬਣਾਉਣ ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਸਕੂਲੀ ਸਿੱਖਿਆ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ। ਇਸ ਦਿਸ਼ਾ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਿੰਗਾਪੁਰ ਭੇਜੇ ਗਏ ਨੇ ਤੇ ਹੈਡਮਾਸਟਰਾਂ ਨੂੰ ਅਹਿਮਦਾਬਾਦ, ਹੈਦਰਾਬਾਦ ਭੇਜਿਆ ਜਾ ਰਿਹਾ ਹੈ। ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਚੰਡੀਗੜ੍ਹ ਸਮਾਰਟ ਸਿਟੀ ਵੱਲੋਂ ਸ਼ੁਰੂ ਕੀਤੀ ਗਈ ਸਾਈਕਲ ਸ਼ੇਅਰਿੰਗ ਪ੍ਰੋਜੈਕਟ ਨੂੰ ਜ਼ੋਰ-ਸ਼ੋਰ ਦੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦੇ ਫੇਜ਼ 4 ਦੇ ਤਹਿਤ ਸਤੰਬਰ ਮਹੀਨੇ ਦੇ ਅੱਧ ਵਿੱਚ 1250 ਹੋਰ ਨਵੀਆਂ ਸਾਈਕਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਈਕਲਾਂ ਖੜਾਉਣ ਦੇ ਲਈ 152 ਨਵੇਂ ਡੌਕਿੰਗ ਸਟੇਸ਼ਨ ਬਣਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਹਨਾਂ ਸਾਈਕਲਾਂ ਦੇ ਸ਼ੁਰੂ ਹੋਣ ਦੇ ਨਾਲ ਸ਼ਹਿਰ ਦੇ ਵਿੱਚ ਸਾਈਕਲ ਸ਼ੇਅਰਿੰਗ ਪ੍ਰੋਜੈਕਟ ਤਹਿਤ ਸਾਈਕਲਾਂ ਦੀ ਗਿਣਤੀ 5000 ਹੋ ਜਾਵੇਗੀ ਤੇ ਜਿਹੜੇ ਇਹਨਾਂ ਦੇ ਸਟੇਸ਼ਨ ਹੈ ਉਹਨਾਂ ਦੀ ਗਿਣਤੀ 617 ਪਹੁੰਚ ਜਾਏਗੀ। ਸਾਈਕਲ ਸ਼ੇਅਰਿੰਗ ਪ੍ਰੋਜੈਕਟ ਨੂੰ ਜੂਨ 2021 ਦੇ ਵਿੱਚ ਸ਼ੁਰੂ ਕੀਤਾ ਸੀ ਤਾਂ ਪਹਿਲੇ 1 ਸਾਲ ਦੇ ਵਿੱਚ ਪ੍ਰੋਜੈਕਟ ਅਧੀਨ 8,07,000 ਲੋਕਾਂ ਨੇ 35 ਲੱਖ ਕਿਲੋਮੀਟਰ ਤੋਂ ਵੱਧ ਸਾਈਕਲਾਂ ਤੇ ਸਫ਼ਰ ਕੀਤਾ ਹੈ। ਇਸ ਦੌਰਾਨ ਸਾਈਕਲ ਦੀ ਵਰਤੋਂ 20% ਔਰਤਾਂ ਅਤੇ 80% ਜਿਹੜਾ ਹੈ ਪੁਰਸ਼ਾਂ ਵੱਲੋਂ ਕੀਤੀ ਗਈ ਹੈ। ਇੰਨਾ ਹੀ ਨਹੀਂ, ਕੁੱਲ ਸਾਈਕਲ ਚਲਾਉਣ ਵਾਲਿਆਂ ਦੇ ਵਿੱਚੋਂ 55% ਸਾਈਕਲ 20 ਤੋਂ 30 ਸਾਲ ਤੱਕ ਦੇ ਨੌਜਵਾਨ ਚਲਾ ਰਹੇ ਨੇ। ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ 3 ਲੱਖ ਲੀਟਰ ਤੇਲ ਦੀ ਬਚਤ ਵੀ ਹੋਈ ਹੈ, ਜਿਸ ਨਾਲ ਪ੍ਰਦੂਸ਼ਣ ਤੇ ਤਕਰੀਬਨ 2.5 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ। ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਾਰ ਦੀ ਇੱਕ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ। ਟਰਾਲੇ ਨਾਲ ਟੱਕਰ ਦੇ ਬਾਅਦ ਕਾਰ ਨੂੰ ਅੱਗ ਲੱਗ ਗਈ ਹੈ ਤੇ ਬੁਰੀ ਤਰ੍ਹਾਂ ਦੇ ਨਾਲ ਕਾਰ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਸਵਾਰ ਪੰਜਾਬੀ ਨੌਜਵਾਨ ਵੀ ਜਿੰਦਾ ਸੜ ਜਾਂਦਾ ਹੈ। ਮ੍ਰਿਤਕ ਦੀ ਪਛਾਣ ਗੁਰਸ਼ਿੰਦਰ ਸਿੰਘ ਕੋਤੜਾ ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਗੁਰਿੰਦਰ ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਕੋਲ ਪੈਂਦਾ ਪਿੰਡ ਹੈ ਪਦਾਸ, ਉੱਥੋਂ ਦਾ ਰਹਿਣ ਵਾਲਾ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਿਹੜਾ ਨੌਜਵਾਨ ਜਿਹੜਾ ਹੈ ਉੱਥੇ ਪਰਿਵਾਰ ਕੈਨੇਡਾ ਦੇ ਵਿੱਚ ਰਹਿ ਰਿਹਾ, ਉਹਨਾਂ ਦਾ ਪਰਿਵਾਰ, ਤੇ ਨੌਜਵਾਨ ਜਿਹੜਾ ਹੈ ਗੁਰਿੰਦਰ ਪੁਲਿਸ ਦੇ ਵਿੱਚ ਭਰਤੀ ਹੋਣ ਸੰਬੰਧੀ ਅਕੈਡਮਿਕ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 23 ਅਗਸਤ ਨੂੰ ਘਰੋਂ ਜਿਹੜਾ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਟਰਾਲੇ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ, ਜਿਸ ਦੇ ਵਿੱਚ ਗੁਰਸ਼ਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਮੱਦੇਨਜ਼ਰ ਕੋਚਿੰਗ ਸੰਸਥਾਵਾਂ ਨੂੰ ਅਗਲੇ 2 ਮਹੀਨਿਆਂ ਤੱਕ ਨੀਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਨਿਯਮਤ ਟੈਸਟ ਨਾ ਕਰਵਾਉਣ ਲਈ ਕਿਹਾ ਹੈ। ਹਰ ਸਾਲ ਦੇਸ਼ ਭਰ ਤੋਂ 2 ਲੱਖ ਵਿਦਿਆਰਥੀ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ ਜਿਹੜੀ ਉਹਨਾਂ ਦੇ ਵਿੱਚ ਅਤੇ ਮੈਡੀਕਲ ਕਾਲਜਾਂ ਦੇ ਵਿੱਚ ਕੌਮੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਲਈ ਕੋਟਾ ਪਹੁੰਚਦੇ ਨੇ। ਅਧਿਕਾਰੀਆਂ ਦੇ ਅਨੁਸਾਰ ਸਾਲ 2023 ਦੇ ਵਿੱਚ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 22 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਨੇ, ਜੋ ਕਿ ਕਿਸੇ ਵੀ ਸਾਲ ਦੇ ਵਿੱਚ ਖੁਦਕੁਸ਼ੀਆਂ ਦੀ ਸਭ ਤੋਂ ਵੱਧ ਗਿਣਤੀ ਹੈ। 5 ਵਜੇ ਤੱਕ ਦੀਆਂ ਇਹਨਾਂ ਖਬਰਾਂ ਦੇ ਵਿੱਚ ਫਿਲਹਾਲ ਇੰਨਾ ਹੀ। ਦੇਸ਼ ਦੁਨੀਆ ਤੇ ਹੋਰ ਪੰਜਾਬ ਦੀਆਂ ਤਾਜ਼ਾ ਅਪਡੇਟ ਲਈ ਤੁਸੀਂ ਲਗਾਤਾਰ ਬਣੇ ਰਹੋ।